ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਦਿਨ ਐਤਵਾਰ ਹੈ ਤੇ 28 ਮਾਰਚ ਹੈ। ਅੱਜ ਦੇ ਦਿਨ ਕਿਸਾਨਾਂ ਦੇ ਵੱਲੋਂ ਹੋਲਿਕਾ ਦਹਨ ਦੇ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਪੂਰੇ ਦੇਸ਼ ਭਰ ਦੇ ਵਿੱਚ ਪੰਜਾਬ, ਹਰਿਆਣਾ ਦੀ ਹਰ ਥਾਂ ਦੇ ਉੱਤੇ ਤੇ ਜਿੱਥੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਮੋਰਚੇ ਲੱਗੇ ਹੁੰਦੇ ਨੇ, ਉੱਥੇ 3 ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਹੋਲੀ ਦਾ ਤਿਉਹਾਰ ਹੈ ਜਿਹੜਾ ਕਿਸਾਨਾਂ ਦੇ ਵੱਲੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਤੇ ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੀਆਂ ਰੌਣਕਾਂ ਨੇ ਜਿਹੜੀਆਂ ਉਹ ਸਜੀਆਂ ਹੋਈਆਂ ਨੇ। ਲੰਘੀ ਰਾਤ ਹੋਲਾ ਮਹੱਲਾ ਮੌਕੇ ਬਸੰਤ ਕੀਰਤਨ ਸਮਾਗਮ ਹੈ ਜਿਹੜਾ ਉਹ ਕਰਵਾਇਆ ਗਿਆ, ਜਿਸ ਮੌਕੇ ਰਾਗਾਂ ਦੇ ਵਿੱਚ ਗੁਰਬਾਣੀ ਕੀਰਤਨ ਗਾਇਨ ਕੀਤਾ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਰਵਣ ਕੀਤਾ। ਕੱਲ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮ ਆਰੰਭ ਹੋਏ ਨੇ ਤੇ ਕੱਲ ਨੂੰ ਹੋਲਾ ਮਹੱਲਾ ਕੱਢਿਆ ਜਾਏਗਾ, ਉਸ ਦੇ ਨਾਲ ਸਮਾਪਤ ਹੋ ਜਾਣਗੇ। ਅੱਜ ਵਿਚਾਲੜਾ ਦਿਨ ਹੈ। ਅਕਾਲੀ ਦਲ ਅੱਜ ਪ੍ਰੈਸ ਕਾਨਫਰੰਸ ਨਹੀਂ ਕਰੇਗਾ, ਪਰ ਕਿਸਾਨਾਂ ਦੇ ਵੱਲੋਂ ਅੱਜ ਕਿਸਾਨ ਕਾਨਫਰੰਸ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ। ਕੱਲ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਬੀਜੇਪੀ ਲੀਡਰਾਂ ਦਾ ਤਿੱਖਾ ਵਿਰੋਧ ਹੋਇਆ ਹੈ। ਮਲੋਟ ਦੇ ਵਿੱਚ ਕਿਸਾਨਾਂ ਨੇ ਬੀਜੇਪੀ ਵਿਧਾਇਕ ਨਾਰੰਗ ਦੇ ਨਾਲ ਖਿੱਚਤੂ ਕੀਤੀ, ਮੂੰਹ ਅਤੇ ਕਾਰ ਤੇ ਕਾਲਖ ਮਲ ਦਿੱਤੀ। ਖਿੱਚਤੂ ਦੌਰਾਨ ਵਿਧਾਇਕ ਦੇ ਕੱਪੜੇ ਪਾਟ ਗਏ ਤੇ ਪੁਲਿਸ ਨੇ ਵਿਧਾਇਕ ਨੂੰ ਬਚਾਇਆ। ਉਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਹਿੰਸਾ ਬਰਦਾਸ਼ਤ ਨਹੀਂ ਕਰਾਂਗੇ। ਬੀਜੇਪੀ ਵਿਧਾਇਕ ਤੇ ਹਮਲੇ ਦੀ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਕੈਪਟਨ ਨੇ ਬੀਜੇਪੀ ਲੀਡਰਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਬੀਜੇਪੀ ਦੇ ਲੀਡਰ ਕੇਂਦਰੀ ਲੀਡਰਸ਼ਿਪ ਨੂੰ ਕਿਸਾਨਾਂ ਦੇ ਗੁੱਸੇ ਬਾਰੇ ਜ਼ਰੂਰ ਦੱਸਣ। ਵਿਧਾਨ ਸਭਾ ਦੇ ਸਪੀਕਰ ਰਾਣਾ KP ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ। ਚੀਮਾ ਨੇ ਕਿਹਾ ਹੈ ਕਿ ਲੋਕਤੰਤਰ ਦੇ ਵਿੱਚ ਹਰ ਕਿਸੇ ਨੂੰ ਵਿਰੋਧ ਕਰਨ ਦਾ ਵੀ ਹੱਕ ਹੈ ਤੇ ਆਪਣੀ ਗੱਲ ਰੱਖਣ ਦਾ ਵੀ ਹੱਕ ਹੈ, ਪਰ ਇਸ ਤਰ੍ਹਾਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਬੀਜੇਪੀ ਆਗੂ ਲਾਲਪੁਰਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਕਿਸਾਨਾਂ ਨੇ। ਇਕਬਾਲ ਸਿੰਘ ਲਾਲਪੁਰਾ ਨੇ ਇੱਥੇ ਪਹੁੰਚਣਾ ਸੀ ਤੇ ਬਰਨਾਲਾ ਦੇ ਵਿੱਚ ਬੀਜੇਪੀ ਦਾ ਸੂਬਾ ਮੀਤ ਪ੍ਰਧਾਨ ਵੀ ਘੇਰਿਆ। ਬਰਨਾਲਾ ਦੇ ਰੈਸਟ ਹਾਊਸ ਵਿੱਚ ਘਿਰਾਓ ਕੀਤਾ ਤਾਂ ਮਾਫੀ ਮੰਗ ਕੇ ਖਹਿੜਾ ਛੁਡਾਇਆ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੇ। ਗੁਰਦਾਸਪੁਰ ਦੇ ਵਿੱਚ ਵੀ ਬੀਜੇਪੀ ਦੇ ਸੂਬਾ ਪ੍ਰਧਾਨ ਨਰਿੰਦਰ ਪਰਮਾਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਪੁਲਿਸ ਦੀ ਸੁਰੱਖਿਆ ਹੇਠ ਪਰਮਾਰ ਨੂੰ ਬਾਹਰ ਕੱਢਿਆ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਕਿਸਾਨ ਸੰਘਰਸ਼ ਦੌਰਾਨ 310 ਕਿਸਾਨ ਸ਼ਹੀਦ ਹੋ ਚੁੱਕੇ ਨੇ। ਉਧਰ ਕਿਸਾਨਾਂ ਦੇ ਮਸਲੇ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਕਹਿ ਰਹੇ ਨੇ ਕਿ ਜੇ ਕਿਸਾਨ ਲੀਡਰ ਚਾਹਣ ਤਾਂ ਮਸਲੇ ਦਾ ਹੱਲ ਹੋ ਸਕਦਾ ਹੈ। ਕਿਹਾ ਕਿ ਸਭ ਕੁਝ ਕਿਸਾਨ ਲੀਡਰਾਂ ਦੀ ਇੱਛਾ ਤੇ ਨਿਰਭਰ ਹੈ, ਉਹ ਜਦੋਂ ਚਾਹਣਗੇ ਤਾਂ ਮਸਲਾ ਹੱਲ ਹੋਏਗਾ। ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ 26 ਮਾਰਚ ਨੂੰ ਭਾਰਤ ਬੰਦ ਦੌਰਾਨ ਕੁਝ ਮੁੰਡਿਆਂ ਦੇ ਵੱਲੋਂ, ਪ੍ਰਦਰਸ਼ਨਕਾਰੀਆਂ ਦੇ ਵੱਲੋਂ ਮੀਡੀਆ ਕਰਮੀਆਂ ਦੇ ਨਾਲ ਜਿਹੜੀ ਬਦਸਲੂਕੀ ਕੀਤੀ ਗਈ ਹੈ ਉਸ ਦੀ ਨਿਖੇਧੀ ਕੀਤੀ ਹੈ ਅਤੇ ਅਪੀਲ ਕੀਤੀ ਹੈ ਸਾਰੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕਿ ਮੀਡੀਆ ਨਾਲ ਸਹਿਯੋਗ ਕੀਤਾ ਜਾਵੇ ਤੇ ਸ਼ਾਂਤਮਈ ਹੀ ਇਹ ਮੋਰਚਾ ਬਣਾ ਕੇ ਰੱਖਿਆ ਜਾਵੇ। ਉਧਰ ਪੰਜਾਬ ਦੇ ਜਿਹੜੇ ਪੱਤਰਕਾਰ ਭਾਈਚਾਰੇ ਨੇ ਸਿੰਘੂ ਬਾਰਡਰ ਤੇ ਜਿਹੜੇ ਡਟੇ ਹੋਏ ਨੇ ਪਿਛਲੇ 4 ਮਹੀਨਿਆਂ ਤੋਂ ਕਿਸਾਨਾਂ ਦੇ ਨਾਲ ਹੀ, ਉਹਨਾਂ ਨੇ ਵੀ ਕਿਸਾਨ ਲੀਡਰਾਂ ਦੇ ਵਿਹਾਰ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਕਿਸਾਨ ਲੀਡਰ ਲਗਾਤਾਰ ਗਲਤ ਸ਼ਬਦਾਵਲੀ ਵੀ ਵਰਤ ਰਹੇ ਨੇ ਪੱਤਰਕਾਰਾਂ ਦੇ ਲਈ। ਇਸ ਕਰਕੇ ਕਿਸਾਨ ਲੀਡਰ ਨੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ, ਉਹਨਾਂ ਦੇ ਨਾਲ ਕੋਈ ਵੀ ਇੰਟਰਵਿਊ ਕਰਨ ਤੇ ਉਹਨਾਂ ਦੀ ਕੋਈ ਵੀ ਰੈਲੀ ਕਵਰੇਜ ਕਰਨ ਤੇ ਉਹਨਾਂ ਨੇ ਬਾਈਕਾਟ ਕਰ ਦਿੱਤਾ ਹੈ। ਕੱਲ ਸ਼ਨੀਵਾਰ ਸੀ। ਇਸ ਦੌਰਾਨ ਪੰਜਾਬ ਸਰਕਾਰ ਨੇ ਜਿਹੜਾ 1 ਘੰਟੇ ਦਾ 11 ਤੋਂ 12 ਵਜੇ ਤੱਕ ਦੇ ਕਰਫਿਊ ਦਾ ਐਲਾਨ ਕੀਤਾ ਹੈ। ਸੜਕਾਂ ਤੇ ਆਵਾਜਾਈ ਰੋਕਣੀ ਹੈ ਇਸ ਮੌਕੇ ਖਾਸ ਕਰਕੇ, ਤੇ ਕੱਲ ਪਹਿਲਾ ਦਿਨ ਸੀ ਇਸ ਐਲਾਨ ਤੋਂ ਬਾਅਦ ਤਾਂ ਪੰਜਾਬ ਪੁਲਿਸ ਨੇ ਡੰਡੇ ਦੇ ਜ਼ੋਰ ਨਾਲ ਕਰੋਨਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਵਾਈ। ਕਈ ਥਾਵਾਂ ਦੇ ਉੱਤੇ ਲੋਕਾਂ ਨੇ ਰੋਸ ਪ੍ਰਗਟ ਕੀਤਾ। ਇਸ ਜਿਹੜਾ ਫੈਸਲਾ ਹੈ ਪੰਜਾਬ ਸਰਕਾਰ ਦਾ, ਉਸ ਦਾ ਵਿਰੋਧ ਕੀਤਾ ਤੇ ਇਸ ਨੂੰ ਤਾਨਾਸ਼ਾਹੀ ਫੈਸਲਾ ਦੱਸਿਆ ਹੈ, ਕਿਉਂਕਿ 1 ਘੰਟੇ ਦੇ ਲਈ ਪੁਲਿਸ ਨੇ ਨਾਕੇ ਲਾ ਕੇ ਆਵਾਜਾਈ ਰੋਕ ਦਿੱਤੀ ਸੀ ਤੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਪਟਿਆਲਾ ਦੇ ਵਿੱਚ ਕਣਕ ਦੀ ਖਰੀਦ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਤੇ ਕਣਕ ਦੀ ਖਰੀਦ ਵੇਚ ਨਾਲ ਜੁੜੇ ਸਾਰੇ ਲੋਕਾਂ ਨੂੰ ਕਰੋਨਾ ਦਾ ਟੀਕਾ ਲਗਾਉਣਾ ਪਵੇਗਾ। ਪ੍ਰਸ਼ਾਸਨ ਨੇ ਇਸ ਦਾ ਐਲਾਨ ਕੀਤਾ ਹੈ। ਪੰਜਾਬ ਸਣੇ 6 ਸੂਬਿਆਂ ਦੇ ਵਿੱਚ ਕਰੋਨਾ ਦੇ ਮਰੀਜ਼ ਵੱਧ ਰਹੇ ਨੇ। ਕਰੋਨਾ ਕਾਰਨ ਲੰਘੇ 24 ਘੰਟਿਆਂ ਦੇ ਵਿੱਚ ਪੰਜਾਬ 'ਚ 46 ਮੌਤਾਂ ਦਰਜ ਕੀਤੀਆਂ ਗਈਆਂ ਨੇ। ਹਫ਼ਤੇ ਦੇ ਸਾਰੇ ਦਿਨ ਕਰੋਨਾ ਦੇ ਟੀਕਾ ਲਾਉਣ ਦਾ ਹੁਕਮ ਦੇ ਦਿੱਤੇ ਗਏ ਨੇ ਅਤੇ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ 36,902 ਕੇਸ ਦਰਜ ਕੀਤੇ ਗਏ ਨੇ। ਗੋਆ ਦੇ ਸਾਰੇ ਵਿਧਾਇਕਾਂ ਨੂੰ COVID-19 ਦਾ ਟੈਸਟ ਕਰਵਾਉਣ ਦੀ ਹਦਾਇਤ ਦੇ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਕਰੋਨਾ ਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਮੁੜ ਤੋਂ ਹੁਕਮ ਦਿੱਤੇ ਗਏ ਨੇ।
ਕੱਲ ਪੱਛਮੀ ਬੰਗਾਲ ਤੇ ਅਸਾਮ ਦੇ ਵਿੱਚ ਚੋਣਾਂ ਦਾ ਪਹਿਲਾ ਗੇੜ ਮੁਕੰਮਲ ਹੋ ਗਿਆ। ਪੱਛਮੀ ਬੰਗਾਲ ਦੇ ਵਿੱਚ ਕਈ ਥਾਈਂ ਹਿੰਸਾ ਦਰਜ ਕੀਤੀ ਗਈ ਹੈ, ਪਰ ਦੋਵਾਂ ਸੂਬਿਆਂ ਦੇ ਵਿੱਚ ਲੋਕਾਂ ਨੇ ਰਿਕਾਰਡ ਵੋਟਾਂ ਪਾਈਆਂ ਨੇ। ਪੱਛਮੀ ਬੰਗਾਲ ਵਿੱਚ 80% ਤੇ ਅਸਾਮ ਦੇ ਵਿੱਚ 77% ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਪੱਛਮੀ ਬੰਗਾਲ ਦੀਆਂ 30 ਤੇ ਅਸਾਮ ਦੀਆਂ 47 ਸੀਟਾਂ ਦੇ ਲਈ ਕੱਲ ਵੋਟਾਂ ਪਈਆਂ ਨੇ। ਇਸ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਿਰ ਤੋਂ ਨਿਸ਼ਾਨਾ ਲਾਇਆ ਕਿ ਬੰਗਲਾਦੇਸ਼ ਵਿੱਚ ਜਾ ਕੇ ਭਾਸ਼ਣ ਦੇਣ ਕਾਰਨ ਮੋਦੀ ਦਾ ਵੀਜ਼ਾ ਰੱਦ ਕਰਨਾ ਚਾਹੀਦਾ ਹੈ। ਉਹਨਾਂ ਦੋਸ਼ ਲਾਇਆ ਕਿ ਬੰਗਲਾਦੇਸ਼ ਦੇ ਓਰਕਾਂਡੀ ਦੇ ਵਿੱਚ ਮਤੂਆ ਮੰਦਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਸ਼ਣ ਪੱਛਮੀ ਬੰਗਾਲ 'ਚ ਚੱਲ ਰਹੀਆਂ ਚੋਣਾਂ ਦੇ ਮੱਦੇਨਜ਼ਰ ਦਿੱਤਾ ਗਿਆ। ਉਹਨਾਂ ਦੋਸ਼ ਲਾਇਆ ਕਿ ਮੋਦੀ ਨੇ ਮੰਦਰ ਵਿੱਚ ਭਾਸ਼ਣ ਦੇ ਕੇ ਚੋਣ ਜ਼ਾਬਤੇ ਦੀ ਉਲੰਘਣਾ ਵੀ ਕੀਤੀ ਹੈ, ਇਸ ਕਰਕੇ ਮੋਦੀ ਦਾ ਵੀਜ਼ਾ ਰੱਦ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਵਿੱਚ ਕਿਸਾਨਾਂ ਨੇ ਕੈਪਟਨ ਦੇ ਨਿਵਾਸ ਦੇ ਨੇੜੇ ਰੋਸ ਰੈਲੀ ਕੀਤੀ ਤੇ ਇਸ ਰੋਸ ਰੈਲੀ ਦੇ ਵਿੱਚ ਕੱਲਾ ਪੰਜਾਬ ਨਹੀਂ 5 ਹੋਰ ਸੂਬੇ ਵੀ ਸ਼ਾਮਲ ਸਨ ਤੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਲਈ ਨਿਗੂਣੇ ਰੇਟ ਤੇ ਜਿਹੜੀਆਂ ਜਬਰੀ ਕਿਸਾਨਾਂ ਦੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਨੇ ਉਸ ਦੇ ਵਿਰੋਧ ਦੇ ਵਿੱਚ ਇਹ ਰੈਲੀ ਕੀਤੀ ਗਈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਨਜ਼ਰ ਪਾਵਾਂਗੇ ਪੰਜਾਬ ਦੀਆਂ ਖਾਸ ਖਬਰਾਂ ਦੇ ਉੱਤੇ। ਸਿੱਖਾਂ ਦਾ ਕੌਮੀ ਤਿਉਹਾਰ ਹੈ ਹੋਲਾ ਮਹੱਲਾ। ਹੋਲੇ ਮਹੱਲੇ ਦਾ ਦੂਸਰਾ ਪੜਾਅ ਹੈ ਜਿਹੜਾ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਦੇ ਨਾਲ ਆਰੰਭ ਹੋ ਗਿਆ ਹੈ। ਪਿਛਲੇ 3 ਦਿਨ ਕੀਰਤਪੁਰ ਸਾਹਿਬ ਵਿਖੇ 3 ਦਿਨਾਂ ਸਮਾਗਮ ਚੱਲੇ ਨੇ ਤੇ ਹੁਣ 27 ਤੋਂ ਲੈ ਕੇ 29 ਮਾਰਚ ਤੱਕ ਖਾਲਸੇ ਦੀ ਧਰਤੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ 3 ਦਿਨਾਂ ਸਮਾਗਮ ਨੇ ਜਿਹੜੇ ਉਹ ਸਜਾਏ ਜਾਣਗੇ। 29 ਮਾਰਚ ਨੂੰ ਦੁਪਹਿਰੇ 12 ਵਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਮਹੱਲਾ ਸਜਾਇਆ ਜਾਵੇਗਾ, ਜਿਸ ਦੀ ਅਗਵਾਈ ਪੰਜ ਪਿਆਰੇ ਤੇ ਨਿਸ਼ਾਨਚੀਤ ਸਿੰਘ ਕਰਨਗੇ। ਉਸ ਤੋਂ ਬਾਅਦ ਚਰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚ ਕੇ ਗੁਰੂ ਕੀਆਂ ਲਾਡਲੀਆਂ ਫੌਜਾਂ ਘੋੜਸਵਾਰੀ ਤੇ ਗੱਤਕਾਬਾਜ਼ੀ ਦੇ ਜੌਹਰ ਦਿਖਾਉਣਗੀਆਂ, ਸ਼ਸਤਰਾਂ ਦੇ ਜੌਹਰ ਦਿਖਾਉਣਗੀਆਂ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਨਤਮਸਤਕ ਹੋਣੀ ਸ਼ੁਰੂ ਹੋ ਗਈ ਹੈ। ਇਸ ਦਰਮਿਆਨ ਜਿਹੜੇ ਪ੍ਰੋਗਰਾਮ ਹੋਣੇ ਨੇ, ਸਮਾਗਮ ਹੋਣੇ ਨੇ, ਉਹਨਾਂ ਦੀ ਥੋੜੀ ਜਾਣਕਾਰੀ ਵੀ ਤੁਹਾਨੂੰ ਦੇ ਦਿੰਨੇ ਆ। 27 ਤੇ 28 ਮਾਰਚ ਨੂੰ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਗੱਤਕਾ ਮੁਕਾਬਲੇ ਹੋਣਗੇ। ਇਸ ਦਰਮਿਆਨ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਜਿਨ੍ਹਾਂ ਨੇ ਲੰਗਰਾਂ ਦੀ ਸੇਵਾ ਕਰਨੀ ਹੈ, ਲੰਗਰ ਲਾਉਣੇ ਨੇ, ਕਿ ਲੰਗਰਾਂ ਦੇ ਵਿੱਚ ਜਿਹੜਾ ਹੈ ਵਾਤਾਵਰਣ ਦੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਲਾਸਟਿਕ ਤੇ ਥਰਮੋਕੋਲ ਦੀਆਂ ਪਲੇਟਾਂ ਤੇ ਗਲਾਸ ਨਾ ਵਰਤਣ ਦੀ ਅਪੀਲ ਕੀਤੀ ਹੈ। ਲੰਗਰਾਂ ਦੇ ਵਿੱਚ ਭਾਂਡੇ ਵਰਤੇ ਜਾਣ ਜਾਂ ਫਿਰ ਪੱਤਲਾਂ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਜਾਵੇ, ਕਿਉਂਕਿ ਕੁਦਰਤੀ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਸਾਡਾ ਫਰਜ਼ ਹੈ। ਪੰਜਾਬ ਸਰਕਾਰ ਨੇ ਜਿਹੜਾ ਐਲਾਨ ਕੀਤਾ ਕਿ ਹਰ ਸ਼ਨੀਵਾਰ ਨੂੰ 11 ਤੋਂ ਲੈ ਕੇ 12 ਵਜੇ ਤੱਕ, ਦਿਨੇ 11 ਵਜੇ ਤੋਂ ਲੈ ਕੇ 12 ਵਜੇ ਤੱਕ 1 ਘੰਟਾ ਕਰਫਿਊ ਲੱਗੇਗਾ। ਸੜਕਾਂ ਤੇ ਕੋਈ ਵਾਹਨ ਨਹੀਂ ਚੱਲੇਗਾ। ਮਕਸਦ ਹੈ ਕਿ ਕਰੋਨਾ ਦੌਰਾਨ ਜਾਨ ਗਵਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਣੀ ਹੈ। ਇਸ ਐਲਾਨ ਤੋਂ ਬਾਅਦ 27 ਮਾਰਚ ਦਾ ਜਿਹੜਾ ਸ਼ਨੀਵਾਰ ਹੈ ਉਹ ਪਹਿਲਾ ਸ਼ਨੀਵਾਰ ਸੀ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪੁਲਿਸ ਨੇ ਨਾਕੇ ਲਾ ਦਿੱਤੇ, ਸੜਕਾਂ ਦੇ ਉੱਤੇ ਚੱਲਦੇ ਵਾਹਨ ਰੋਕ ਦਿੱਤੇ ਗਏ ਪੰਜਾਬ ਸਰਕਾਰ ਦੇ ਹੁਕਮਾਂ ਦੇ ਮੁਤਾਬਿਕ। ਤੇ ਕਈ ਥਾਈਂ ਲੋਕਾਂ ਨੇ ਕਿਹਾ ਕਿ ਪੁਲਿਸ ਡੰਡੇ ਦੇ ਜ਼ੋਰ ਨਾਲ ਸਾਥੋਂ ਸ਼ਰਧਾਂਜਲੀਆਂ ਦਵਾ ਰਹੀ ਹੈ ਕਰੋਨਾ ਦੇ ਨਾਲ ਜਾਨ ਗਵਾਉਣ ਵਾਲੇ ਲੋਕ ਹੈਗੇ ਨੇ। ਜੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਗੱਲ ਕਰ ਲਈਏ ਤਾਂ ਇੱਥੇ ਕਰਫਿਊ ਦਾ ਕੋਈ ਜ਼ਿਆਦਾ ਅਸਰ ਨਹੀਂ ਦਿਖਿਆ। 11 ਤੋਂ 12 ਵਜੇ ਤੱਕ ਆਵਾਜਾਈ ਹੈ ਜਿਹੜੀ ਉਹ ਉਸੇ ਤਰ੍ਹਾਂ ਚੱਲਦੀ ਰਹੀ, ਕਿਉਂਕਿ ਸਿਰਫ ਆਵਾਜਾਈ ਤੇ ਰੋਕ ਦਾ ਐਲਾਨ ਹੈ ਜਿਹੜਾ ਉਹ ਕੀਤਾ ਗਿਆ, ਯਾਨੀ ਕਿ ਸਾਇਲੈਂਸ ਰੱਖੀ ਜਾਏਗੀ, ਮੌਨ ਧਾਰਿਆ ਜਾਏਗਾ। ਬਾਕੀ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਹੀ ਹੁੰਦੇ ਨੇ, ਉੱਥੇ ਨਹੀਂ ਤੁਸੀਂ ਦੇਖ ਸਕਦੇ ਕਿ ਉਹ ਚੁੱਪ ਨੇ ਜਾਂ ਨਹੀਂ ਹੈਗੇ, ਪਰ ਜਦੋਂ ਵਾਹਨ ਰੁਕ ਜਾਂਦੇ ਨੇ, ਸੜਕਾਂ ਤੇ ਸੁੰਨ ਪਸਰ ਜਾਂਦੀ ਹੈ ਤਾਂ ਫਿਰ ਸ਼ਾਂਤੀ ਜ਼ਰੂਰ ਨਜ਼ਰ ਆਉਂਦੀ ਹੈ ਵਾਤਾਵਰਣ ਦੇ ਵਿੱਚ। ਲੁਧਿਆਣਾ ਦੇ ਵਿੱਚ ਵੀ ਲੋਕ ਵਾਹਨਾਂ ਤੇ ਆਮ ਵਾਂਗ ਹੀ ਦੇਖੇ ਗਏ। ਹੁਸ਼ਿਆਰਪੁਰ ਦੇ ਵਿੱਚ ਪੁਲਿਸ ਨੇ ਲੋਕਾਂ ਨੂੰ ਸਾਇਰਨ ਵਜਾ ਕੇ ਮੌਨ ਰੱਖਣ ਦੀ ਅਪੀਲ ਕੀਤੀ। ਇੱਥੇ ਪੁਲਿਸ ਨੇ ਲੋਕਾਂ ਨੂੰ 1 ਘੰਟੇ ਲਈ ਰੋਕਿਆ ਵੀ ਤੇ ਪੰਜਾਬ ਸਰਕਾਰ ਨੇ ਇਹ ਲੰਘੀ ਸ਼ਾਮ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਉਸ ਤੋਂ ਬਾਅਦ ਬਠਿੰਡਾ ਦੀ ਜਿਹੜੀ ਗੱਲ ਹੈ ਉਹ ਕਰ ਲਈ ਤਾਂ ਬਠਿੰਡਾ ਦੇ ਵਿੱਚ ਵੀ ਆਵਾਜਾਈ ਠੱਪ ਕਰਨ ਦੇ ਸੱਦੇ ਨੂੰ ਪੁਲਿਸ ਨੇ ਸਖਤੀ ਦੇ ਨਾਲ ਲਾਗੂ ਕਰਵਾਇਆ। 11 ਤੋਂ 12 ਵਜੇ ਤੱਕ ਸਖਤੀ ਨਾਲ ਜਿਹੜੀ ਆਵਾਜਾਈ ਰੋਕੀ ਗਈ। ਪੁਲਿਸ ਨੇ ਥਾਂ-ਥਾਂ ਸੜਕਾਂ ਤੇ ਰੋਕਾਂ ਲਾ ਕੇ ਵਾਹਨਾਂ ਦਾ ਚੱਕਾ ਜਾਮ ਕਰ ਦਿੱਤਾ। ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਹਰ ਕਿਸੇ ਤੱਕ ਸਰਕਾਰ ਦੇ ਇਸ ਹੁਕਮ ਦੀ, ਇਸ ਨੋਟੀਫਿਕੇਸ਼ਨ ਦੀ ਜਾਣਕਾਰੀ ਨਹੀਂ ਪਹੁੰਚ ਸਕੀ ਸੀ ਕਿ ਸ਼ਨੀਵਾਰ ਨੂੰ 1 ਘੰਟੇ ਸੜਕਾਂ ਤੇ ਚੱਕਾ ਜਾਮ ਹੋਏਗਾ, ਆਵਾਜਾਈ ਰੋਕੀ ਜਾਏਗੀ। ਇਸ ਕਰਕੇ ਲੋਕ ਤਾਂ ਆਮ ਵਾਂਗ ਤੁਰਦੇ ਫਿਰਦੇ ਰਹੇ। ਬੱਸਾਂ, ਆਟੋ ਤੇ ਹੋਰ ਵਾਹਨ ਘੰਟੇ ਭਰ ਲਈ ਰਾਹ ਦੇ ਵਿੱਚ ਰੁਕੇ ਰਹੇ ਤੇ ਕੁਝ ਲੋਕਾਂ ਨੇ ਸਰਕਾਰ ਦੇ ਇਹਨਾਂ ਹੁਕਮਾਂ ਦੀ ਆਲੋਚਨਾ ਕਰਦਿਆਂ ਇਹਨਾਂ ਨੂੰ ਤੁਗਲਕੀ ਫਰਮਾਨ ਦੱਸਿਆ। ਖੱਜਲ ਖੁਆਰ ਹੋ ਰਹੇ ਬੱਸ ਮੁਸਾਫਰਾਂ ਨੇ ਵਿਰੋਧ ਵਿੱਚ ਬਠਿੰਡਾ ਦੇ ਬੱਸ ਅੱਡੇ ਦੇ ਅੰਦਰ ਧਰਨਾ ਲਾ ਕੇ ਪ੍ਰਸ਼ਾਸਨ ਦੀ ਮੁਰਦਾਬਾਦ ਵੀ ਕੀਤੀ।
ਲੋਕਾਂ ਨੇ ਕਿਹਾ ਕਿ ਮੌਨ ਧਾਰ ਕੇ ਕਰੋਨਾ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ 'ਚ ਸਾਨੂੰ ਕੋਈ ਔਖ ਨਹੀਂ ਹੈ, ਪਰ ਸਰਕਾਰ ਨੇ 1 ਘੰਟੇ ਦੇ ਲਈ ਆਵਾਜਾਈ ਰੋਕੀ ਹੈ, ਇਹਦਾ ਕੋਈ ਮਤਲਬ ਨਹੀਂ ਬਣਦਾ, ਇਹ ਕੋਈ ਸਹੀ ਨਹੀਂ ਹੈ। ਉਧਰ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਨੂੰ ਰੋਕਣ ਲਈ ਰਾਤ ਦਾ ਕਰਫਿਊ ਤੇ ਸ਼ਨੀਵਾਰ ਐਤਵਾਰ ਦਾ ਜਿਹੜਾ ਲੋਕਡਾਊਨ ਹੈ ਉਹ ਜ਼ਿਆਦਾ ਅਸਰਦਾਰ ਨਹੀਂ ਹੈ। ਜਿਵੇਂ ਕਿ ਪੰਜਾਬ ਦੇ ਵਿੱਚ ਵੀ ਰਾਤ ਦਾ ਕਰਫਿਊ ਕਈ ਸ਼ਹਿਰਾਂ ਦੇ ਵਿੱਚ, ਕਈ ਜ਼ਿਲ੍ਹਿਆਂ ਦੇ ਵਿੱਚ ਲਾਇਆ ਗਿਆ ਹੈਗਾ ਤੇ ਲੋਕ ਵੀ ਕਹਿੰਦੇ ਨੇ ਕਿ ਕੀ ਕਰੋਨਾ ਸਿਰਫ ਰਾਤ ਨੂੰ ਆਉਂਦਾ ਹੈ। ਤੇ ਹੁਣ ਪੰਜਾਬ ਦੇ ਵਿੱਚ ਤਾਂ ਕਰਫਿਊ ਲੱਗਿਆ ਹੋਇਆ ਰਾਤ ਦਾ, ਤੇ ਹੁਣੇ ਜਿਹੜਾ ਸ਼ਨੀਵਾਰ ਦਾ 1 ਘੰਟੇ ਦਾ ਕਰਫਿਊ ਲਾਇਆ ਗਿਆ, ਆਵਾਜਾਈ ਰੋਕੀ ਗਈ ਹੈ। ਤਾਂ ਸਿਹਤ ਮੰਤਰੀ ਨੇ ਜਿਹੜੇ ਕੇਂਦਰੀ ਸਿਹਤ ਮੰਤਰੀ ਉਹ ਕਹਿੰਦੇ ਨੇ ਕਿ ਇਹ ਜਿਹੜਾ ਰਾਤ ਦਾ ਕਰਫਿਊ ਹੈ ਜਾਂ ਕੱਲਾ ਸ਼ਨੀਵਾਰ ਐਤਵਾਰ ਦਾ ਕਰਫਿਊ ਹੈ ਉਹਦੇ ਨਾਲ ਗੱਲ ਨਹੀਂ ਬਣਨੀ। ਉਹ ਕਹਿੰਦੇ ਨੇ ਕਿ ਕਰੋਨਾ ਦੀ ਦੂਸਰੀ ਲਹਿਰ ਨੂੰ ਟੀਕਾਕਰਨ ਦੇ ਨਾਲ ਹੀ ਰੋਕਿਆ ਜਾ ਸਕਦਾ ਹੈ। ਸੋ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਹੈਗੇ ਨੇ ਉਹ ਵੀ ਹੁਣ ਮੰਨਦੇ ਨੇ ਕਿ ਕਰਫਿਊ ਕੋਈ ਅਸਰਦਾਰ ਨਹੀਂ ਹੈ, ਟੀਕਾ ਅਸਰਦਾਰ ਹੈ। ਪਰ ਕੀ ਟੀਕਾ ਸਾਰੇ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਉਪਲਬਧ ਮਾਤਰਾ ਦੇ ਵਿੱਚ ਪਹੁੰਚ ਰਿਹਾ ਹੈ ਜਾਂ ਨਹੀਂ ਪਹੁੰਚ ਰਿਹਾ, ਇਸ ਨੂੰ ਤੁਸੀਂ ਸਾਰੇ ਜਾਣਦੇ ਹੋ ਸੱਚਾਈ ਕੀ ਹੈ, ਜਾਂ ਫਿਰ ਕੁਝ ਲੋਕ ਲਵਾਉਣਾ ਵੀ ਨਹੀਂ ਚਾਹੁੰਦੇ। ਸੋ ਸਾਰੇ ਜਿਹੜੇ ਪੱਖ ਹੈਗੇ ਨੇ ਉਹਨਾਂ ਨੂੰ ਵੀ ਧਿਆਨ 'ਚ ਰੱਖਣਾ ਪੈਂਦਾ ਹੈ। ਤੇ ਉਧਰੋਂ ਖਬਰ ਆ ਰਹੀ ਹੈ ਸਿਰਮ ਇੰਸਟੀਚਿਊਟ ਆਫ ਇੰਡੀਆ ਤੋਂ, ਉਹਨਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ CEO ਜਿਹੜੇ ਆਦਾਰ ਪੂਨਾਵਾਲਾ, ਉਹਨਾਂ ਨੇ ਕਿਹਾ ਕਿ COVID-19 ਦਾ ਟੀਕਾ ਕੋਵੈਕਸ ਦੇ ਕਲੀਨਿਕਲ ਟ੍ਰਾਇਲ ਭਾਰਤ ਵਿੱਚ ਸ਼ੁਰੂ ਹੋ ਗਏ ਨੇ। ਉਮੀਦ ਜਤਾਈ ਹੈ ਕਿ ਇਹ ਟੀਕਾ ਇਸ ਸਾਲ ਸਤੰਬਰ ਤੱਕ ਲਾਇਆ ਜਾ ਸਕੇਗਾ। ਅਗਸਤ 2020 ਵਿੱਚ ਅਮਰੀਕੀ ਟੀਕਾ ਕੰਪਨੀ ਨੋਵਾਵੈਕਸ ਇੰਕ ਨੇ SII ਦੇ ਨਾਲ ਲਾਇਸੈਂਸ ਸਮਝੌਤੇ ਦਾ ਐਲਾਨ ਕੀਤਾ ਸੀ। ਤੇ ਹੁਣ ਕੋਵੋਵੈਕਸ, ਇਹ ਕੋਵੈਕਸ ਨਹੀਂ, ਇਹ ਕੋਵੋਵੈਕਸ ਹੈ, COVID-19 ਦਾ ਨਵਾਂ ਟੀਕਾ ਕੋਵੋਵੈਕਸ, ਇਹਦੇ ਹੁਣ ਭਾਰਤ ਵਿੱਚ ਟ੍ਰਾਇਲ ਸ਼ੁਰੂ ਹੋ ਗਏ ਨੇ। ਸੋ ਜਿੱਥੇ ਕਿਹਾ ਜਾ ਰਿਹਾ ਹੈ ਕਿ ਕਰੋਨਾ ਦਾ ਜਿਹੜਾ ਟੀਕਾ ਹੈਗਾ ਉਹੀ ਅਸਰਦਾਰ ਹੈ ਕਰੋਨਾ ਨੂੰ ਰੋਕਣ ਲਈ, ਉੱਥੇ ਮੱਧ ਪ੍ਰਦੇਸ਼ ਤੋਂ ਖਬਰ ਆ ਰਹੀ ਹੈ ਜਿੱਥੇ ਉਜੈਨ ਵਿੱਚ ਇੱਕ ਸਿਹਤ ਕਰਮਚਾਰੀ ਦੀ ਮੌਤ ਨੇ ਸਭ ਨੂੰ ਜ਼ਰੂਰ ਚਿੰਤਾ ਵਿੱਚ ਪਾ ਦਿੱਤਾ। ਜਿਹੜੇ ਕਰਮਚਾਰੀ ਦੀ ਮੌਤ ਹੋਈ ਹੈ ਉਸਨੇ ਪਹਿਲਾਂ ਹੀ ਕਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਨੇ। ਦੋਵੇਂ ਖੁਰਾਕਾਂ ਤੋਂ ਬਾਅਦ ਕਿਸੇ ਵੀ ਸਿਹਤ ਕਰਮਚਾਰੀ ਦੀ ਮੌਤ ਦਾ ਭਾਰਤ ਦੇ ਵਿੱਚ ਇਹ ਪਹਿਲਾ ਕੇਸ ਹੈ। 2 ਟੀਕੇ ਲਵਾਏ ਹੋਣ ਦੇ ਬਾਵਜੂਦ ਵੀ ਮੌਤ ਹੋ ਗਈ ਹੈਲਥ ਵਰਕਰ ਦੀ। ਸਿਹਤ ਕਰਮਚਾਰੀ ਰਾਮਾ ਰਾਓ ਉਹਨਾਂ ਦਾ ਨਾਮ ਸੀ, ਦੋਵੇਂ ਟੀਕੇ ਲਵਾਏ ਹੋਏ ਸੀ ਤੇ ਫਿਰ ਵੀ ਜ਼ਿੰਦਗੀ ਦੀ ਜੰਗ ਹੈ ਜਿਹੜੀ ਉਹ ਹਾਰ ਗਏ ਤੇ ਮੌਤ ਹੋਈ ਹੈ ਕਰੋਨਾ ਦੇ ਨਾਲ। 55 ਸਾਲ ਦੇ ਰਾਮਾ ਰਾਓ ਨੂੰ ਮਲੇਰੀਆ ਵਿਭਾਗ ਦੇ ਵਿੱਚ ਫੀਲਡ ਵਰਕਰ ਵਜੋਂ ਤੈਨਾਤ ਕੀਤਾ ਗਿਆ ਸੀ। ਇੱਥੇ ਹਾਟਕੇਸ਼ਵਰ ਕਲੋਨੀ ਦੇ ਵਿੱਚ ਰਹਿੰਦੇ ਸੀ। ਪਹਿਲਾ ਟੀਕਾ ਰਾਮਾ ਰਾਓ ਨੂੰ 9 ਫਰਵਰੀ ਨੂੰ ਲੱਗਿਆ ਸੀ, ਦੂਜਾ 8 ਮਾਰਚ ਨੂੰ ਲੱਗਿਆ ਸੀ। ਟੀਕੇ ਦੇ 2 ਦਿਨਾਂ ਬਾਅਦ ਹੀ 10 ਮਾਰਚ ਨੂੰ ਸਿਹਤ ਵਿਗੜਦੀ ਲੱਗੀ। ਕੋਵਿਡ ਟੈਸਟ ਦੀ ਰਿਪੋਰਟ ਵੀ ਪੋਜ਼ਿਟਿਵ ਆਈ। ਨਿੱਜੀ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ, ਅੱਗੇ ਦੀ ਅੱਗੇ ਰੈਫਰ ਵੀ ਕੀਤਾ ਗਿਆ, ਪਰ ਫਿਰ ਵੀ ਰਾਮਾ ਰਾਓ ਨੂੰ ਕਰੋਨਾ ਨੇ ਜਿਉਂਦਾ ਨਹੀਂ ਰਹਿਣ ਦਿੱਤਾ। ਅਗਲੀ ਖਬਰ ਵੀ ਮੱਧ ਪ੍ਰਦੇਸ਼ ਤੋਂ ਹੈ ਜਿੱਥੇ ਕਾਂਗਰਸ ਦੇ ਵਿਧਾਇਕ ਵਿਪਿਨ ਵਾਨਖੇੜੇ ਨੇ ਚੋਣ ਕਮਿਸ਼ਨ ਨੂੰ ਇੱਕ ਅਜੀਬ ਚਿੱਠੀ ਲਿਖੀ ਹੈ। ਇੱਕ ਅਜੀਬ ਉਹਨਾਂ ਨੇ ਮੰਗ ਕੀਤੀ ਹੈ, ਕਹਿੰਦੇ ਜੇ ਕਰੋਨਾ ਭਜਾਉਣਾ ਹੈ ਤਾਂ ਚੋਣਾਂ ਦਾ ਐਲਾਨ ਕਰ ਦਿਓ। ਦਰਅਸਲ ਆਗਰਾ, ਇੰਦੌਰ ਸਮੇਤ ਪੂਰੇ ਮੱਧ ਪ੍ਰਦੇਸ਼ ਦੇ ਵਿੱਚ ਤੇਜ਼ੀ ਦੇ ਨਾਲ ਕਰੋਨਾ ਫੈਲ ਗਿਆ ਹੈ ਤੇ ਇਸ ਦਰਮਿਆਨ ਜਿਹੜਾ ਵਿਧਾਇਕ ਦੇ ਵੱਲੋਂ ਚਿੱਠੀ ਲਿਖਣਾ ਤੇ ਉਹਦੇ ਵਿੱਚ ਜਿਹੜਾ ਮੈਟਰ ਲਿਖਿਆ, ਮੰਗ ਕੀਤੀ ਹੈ, ਉਹ ਬੜਾ ਅਹਿਮ ਹੈ। ਵਾਨਖੇੜੇ ਨੇ ਕਿਹਾ ਕਿ ਬੰਗਾਲ ਸਮੇਤ ਜਿਨ੍ਹਾਂ ਸੂਬਿਆਂ ਦੇ ਵਿੱਚ ਚੋਣਾਂ ਨੇ ਉੱਥੇ ਰੈਲੀਆਂ ਹੋ ਰਹੀਆਂ ਨੇ, ਉੱਥੇ ਭਾਰੀ ਭੀੜ ਹੈ, ਇਸ ਕਾਰਨ ਕਰੋਨਾ ਨੇ ਉੱਥੇ ਜਾਣ ਤੋਂ ਇਨਕਾਰ ਹੀ ਕਰ ਦਿੱਤਾ ਹੈ। ਉੱਥੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਕਈ ਸੂਬਿਆਂ ਦੇ ਮੁੱਖ ਮੰਤਰੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪ੍ਰਚਾਰ ਕਰ ਰਹੇ ਨੇ। ਇਸ ਤਰੀਕੇ ਨਾਲ ਉੱਥੇ ਕਰੋਨਾ ਦੀ ਲਾਗ ਘਟ ਗਈ ਹੈ, ਜਦਕਿ ਲੋਕਾਂ ਨੂੰ ਤਿਉਹਾਰਾਂ ਦੌਰਾਨ ਘਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਉਹ ਕਹਿੰਦੇ ਨੇ ਕਿ ਇਸ ਲਈ ਕਿਉਂ ਨਾ ਆਗਰਾ, ਇੰਦੌਰ, ਉਜੈਨ, ਦੇਵਾਸ ਤੇ ਪੂਰੇ ਮੱਧ ਪ੍ਰਦੇਸ਼ ਵਿੱਚ ਵੀ ਚੋਣਾਂ ਕਰਵਾ ਦਿੱਤੀਆਂ ਜਾਣ, ਵੱਡੇ ਲੀਡਰਾਂ ਦੀਆਂ ਰੈਲੀਆਂ ਕੀਤੀਆਂ ਜਾਣ, ਰੈਲੀਆਂ ਦੇ ਵਿੱਚ ਭਾਰੀ ਭੀੜ ਤੇ ਇਕੱਠ ਕੀਤੇ ਜਾਣ ਤਾਂ ਜੋ ਭੀੜ ਵੇਖ ਕੇ ਕਰੋਨਾ ਮੱਧ ਪ੍ਰਦੇਸ਼ ਨੂੰ ਛੱਡ ਕੇ ਭੱਜ ਜਾਵੇ। ਸੋ ਇਹ ਬੜੀ ਫਨੀ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਲਿਖੀ ਹੋਈ ਚਿੱਠੀ ਹੈ, ਪਰ ਕਿਤੇ ਨਾ ਕਿਤੇ ਸੱਚਾਈ ਬਿਆਨ ਕਰਦੀ ਹੈ, ਕਿਉਂਕਿ ਹਕੀਕਤ ਦੇ ਵਿੱਚ ਅਜਿਹਾ ਹੀ ਵਾਪਰ ਰਿਹਾ ਹੈ। ਜਿੱਥੇ ਚੋਣਾਂ ਹੋ ਰਹੀਆਂ ਨੇ ਉੱਥੇ ਕਰੋਨਾ ਨਹੀਂ ਹੈ, ਉੱਥੇ ਕਰੋਨਾ ਦਾ ਰੌਲਾ ਹੀ ਨਹੀਂ ਹੈ, ਉੱਥੇ ਵੱਡੀਆਂ ਭੀੜਾਂ ਵੀ ਹੋ ਰਹੀਆਂ ਨੇ। ਇਸ ਕਰਕੇ ਇਹਨਾਂ ਨੇ ਚਿੱਠੀ ਲਿਖੀ ਹੈ। ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਵਿਡ ਦੀ ਰੋਕਥਾਮ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਨਵੀਂ ਰਣਨੀਤੀ ਉਲੀਕਦਿਆਂ ਜਿੱਥੇ ਕਣਕ ਦੇ ਖਰੀਦ ਸੀਜ਼ਨ ਨਾਲ ਸੰਬੰਧਿਤ ਧਿਰਾਂ ਦੇ ਵਿਸ਼ੇਸ਼ ਟੀਕਾਕਰਨ ਦਾ ਫੈਸਲਾ ਲਿਆ, ਉੱਥੇ ਹੀ ਮੂਹਰਲੀ ਕਤਾਰ ਵਿੱਚ ਕੰਮ ਕਰ ਰਹੇ ਸਾਰੇ ਸਰਕਾਰੀ ਵਿਭਾਗਾਂ ਨੂੰ ਵੀ ਆਪਣਾ ਤੇ ਆਪਣੇ ਮੁਲਾਜ਼ਮਾਂ ਦਾ ਟੀਕਾਕਰਨ ਕਰਵਾਉਣ ਦੀ ਹਦਾਇਤ ਦਿੱਤੀ ਹੈ। ਯਾਨੀ ਕਿ ਕਣਕ ਦੀ ਖਰੀਦ ਨਾਲ ਜੁੜੀਆਂ ਜਿਹੜੀਆਂ ਵੀ ਏਜੰਸੀਆਂ ਨੇ ਪਟਿਆਲੇ ਦੇ ਵਿੱਚ, ਉਹਨਾਂ ਨੂੰ ਕਰੋਨਾ ਦਾ ਟੀਕਾ ਲਵਾਉਣਾ ਹੀ ਪਵੇਗਾ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਇਸ ਦੇ ਹੁਕਮ ਦਿੱਤੇ ਨੇ। ਉਹਨਾਂ ਨੇ ਜਿਹੜਾ ਕਣਕ ਦਾ ਆਉਂਦਾ ਸੀਜ਼ਨ ਹੈ ਉਹਦੇ ਨਾਲ ਸੰਬੰਧਿਤ ਖਰੀਦ ਏਜੰਸੀਆਂ ਦਾ ਸਟਾਫ, ਮਾਰਕੀਟ ਕਮੇਟੀ ਦਾ ਸਟਾਫ, ਆੜਤੀਏ, ਮਜ਼ਦੂਰ, ਢੋਆ ਢੁਆਈ ਵਾਲੇ, ਟਰੱਕ ਆਪਰੇਟਰ ਅਤੇ ਫਸਲਾਂ ਲੈ ਕੇ ਆਉਣ ਵਾਲੇ ਕਿਸਾਨਾਂ, ਇਹਨਾਂ ਸਾਰਿਆਂ ਦੇ ਟੀਕਾ ਲਵਾਉਣ ਦੀ
ਜ਼ਿੰਮੇਵਾਰੀ ਜ਼ਿਲ੍ਹਾ ਮੰਡੀ ਅਫਸਰ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਦਿੱਤੀ ਹੈ। ਸੋ ਪਟਿਆਲਾ ਜ਼ਿਲ੍ਹੇ ਤੋਂ ਇਹ ਖਬਰ ਹੈ, ਆਉਂਦੇ ਦਿਨਾਂ ਦੇ ਵਿੱਚ ਹੋਰ ਜ਼ਿਲ੍ਹਿਆਂ ਦੇ ਡੀਸੀ ਵੀ ਅਜਿਹਾ ਐਲਾਨ ਕਰ ਸਕਦੇ ਨੇ ਕਿ ਹਰ ਕਿਸੇ ਦੇ ਟੀਕਾ ਲੱਗੇ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦਿੱਲੀ ਦੇ ਵਿੱਚ ਮੁੜ ਤੋਂ ਲਾਕਡਾਊਨ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਲਾਕਡਾਊਨ ਲਾਉਣਾ ਕੋਰੋਨਾ ਵਾਇਰਸ ਨੂੰ ਰੋਕਣ ਦਾ ਕੋਈ ਵੀ ਹੱਲ ਨਹੀਂ ਹੈ। ਜੈਨ ਨੇ ਕਿਹਾ ਕਿ ਤਾਲਾਬੰਦੀ ਲਾਉਣ ਤੋਂ ਪਹਿਲਾਂ ਇਹ ਦਲੀਲ ਸੀ ਕਿ ਇਸ ਵਿਸ਼ਾਣੂ ਦੇ ਫੈਲਣ ਬਾਰੇ ਕਿਸੇ ਨੂੰ ਸਹੀ ਪਤਾ ਹੀ ਨਹੀਂ ਸੀ। ਹੁਣ ਤਾਂ ਟੀਕਾ ਆ ਗਿਆ, ਸੋ ਲਾਕਡਾਊਨ ਇਸ ਵਾਇਰਸ ਨੂੰ ਖਤਮ ਕਰਨ ਦਾ ਕੋਈ ਹੱਲ ਨਹੀਂ ਹੈ। ਜੈਨ ਨੇ ਕਿਹਾ ਕਿ ਇੱਕ ਆਦਮੀ ਨੂੰ ਲਾਗ ਲੱਗਣ ਤੇ ਇਸ ਤੋਂ ਠੀਕ ਹੋਣ ਵਿੱਚ 14 ਦਿਨ ਲੱਗਦੇ ਨੇ। ਮਾਹਿਰਾਂ ਨੇ ਕਿਹਾ ਕਿ 21 ਦਿਨਾਂ ਤੱਕ ਲਾਕਡਾਊਨ ਲਗਾਉਣ ਨਾਲ ਵਾਇਰਸ ਖਤਮ ਹੋ ਜਾਏਗਾ। ਸਰਕਾਰਾਂ ਲਾਕਡਾਊਨ ਦੀ ਮਿਆਦ ਵਧਾਉਂਦੀਆਂ ਰਹਿੰਦੀਆਂ ਸਨ, ਪਰ ਵਾਇਰਸ ਖਤਮ ਨਹੀਂ ਹੋਇਆ। ਮੈਨੂੰ ਨਹੀਂ ਲੱਗਦਾ ਕਿ ਲਾਕਡਾਊਨ ਸਮੱਸਿਆ ਦਾ ਕੋਈ ਹੱਲ ਹੈ। ਦਿੱਲੀ ਵਿੱਚ ਫਿਰ ਤੋਂ ਲਾਕਡਾਊਨ ਦੀ ਕੋਈ ਸੰਭਾਵਨਾ ਨਹੀਂ ਹੈ। ਮੁੰਬਈ ਦੇ ਮੇਅਰ ਕਿਸ਼ੋਰੀ ਪੇਡਨੇਕਰ ਨੇ ਮੁੰਬਈ ਦੇ ਵਿੱਚ 28 ਮਾਰਚ ਤੋਂ ਰਾਤ ਨੂੰ 10 ਵਜੇ ਤੋਂ 11 ਵਜੇ ਤੱਕ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਸੋ 28 ਮਾਰਚ ਤੋਂ ਉਸ ਤੋਂ ਬਾਅਦ ਮੁੰਬਈ ਦੇ ਵਿੱਚ ਲਾਕਡਾਊਨ ਰਹੇਗਾ, ਇੱਥੇ ਵੀ ਰਾਤ ਦਾ ਲਾਕਡਾਊਨ। ਦਿੱਲੀ ਦੇ ਵਿੱਚ 1 ਅਪ੍ਰੈਲ ਤੋਂ ਚਿੜੀਆ ਘਰ ਮੁੜ ਤੋਂ ਖੁੱਲ ਰਹੇ ਨੇ। ਚਿੜੀਆ ਘਰ ਵਿੱਚ ਜਾਣ ਲਈ ਆਨਲਾਈਨ ਬੁਕਿੰਗ ਕੀਤੀ ਜਾਏਗੀ। ਟਿਕਟਾਂ ਦੀ ਕੀਮਤ 40 ਤੋਂ 80 ਰੁਪਏ ਰੱਖੀ ਗਈ ਹੈ। ਦਿੱਲੀ ਚਿੜੀਆ ਘਰ ਦੇ ਡਾਇਰੈਕਟਰ ਨੇ ਇਹ ਜਾਣਕਾਰੀ ਦਿੱਤੀ ਹੈ। ਫਰਾਂਸ ਨੇ ਕੋਰੋਨਾ ਟੀਕੇ ਦੇ ਨਿਰਯਾਤ ਨੂੰ ਲੈ ਕੇ ਯੂਕੇ ਤੇ ਬਲੈਕਮੇਲ ਕਰਨ ਦਾ ਦੋਸ਼ ਲਾਇਆ। ਫਰਾਂਸ ਨੇ ਯੂਰਪੀਅਨ ਯੂਨੀਅਨ ਨੂੰ ਟੀਕਿਆਂ ਦੇ ਨਿਰਯਾਤ ਤੇ ਸਖਤੀ ਨਾਲ ਕੰਟਰੋਲ ਕਰਨ ਲਈ ਕਿਹਾ। ਯੂਰਪੀਅਨ ਯੂਨੀਅਨ ਦੇਸ਼ਾਂ ਦੇ ਵਿੱਚ ਟੀਕਾਕਰਨ ਦੀ ਪ੍ਰਕਿਰਿਆ ਕਾਫੀ ਹੌਲੀ ਹੈ ਤੇ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਨੇ ਇਸ ਦੇ ਲਈ ਟੀਕਾ ਬਣਾਉਣ ਵਾਲੀ ਕੰਪਨੀ ਨੂੰ ਖਾਸ ਕਰਕੇ ਐਸਟਰਾਜ਼ੈਨੇਕਾ ਨੂੰ ਜ਼ਿੰਮੇਵਾਰ ਦੱਸਿਆ। ਹਾਲਾਂਕਿ ਐਸਟਰਾਜ਼ੈਨੇਕਾ ਕੰਪਨੀ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਸਨੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਨਾਲ ਕੀਤੇ ਆਪਣੇ ਸਮਝੌਤੇ ਦੀ ਪਾਲਣਾ ਨਹੀਂ ਕੀਤੀ ਹੈ। ਤੇ ਫਰਾਂਸ ਨੇ ਬਰਤਾਨੀਆ ਤੇ ਕੋਰੋਨਾ ਟੀਕੇ ਦੇ ਨਿਰਯਾਤ ਨੂੰ ਲੈ ਕੇ ਬਲੈਕਮੇਲ ਕਰਨ ਦਾ ਜਿਹੜਾ ਦੋਸ਼ ਲਾਇਆ। ਇਸ ਦਰਮਿਆਨ ਫਰਾਂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਨੂੰ ਯੂਕੇ ਨੂੰ ਟੀਕਾ ਨੀਤੀ ਦੀ ਕੀਮਤ ਨਹੀਂ ਅਦਾ ਕਰਨੀ ਚਾਹੀਦੀ। ਤੇ ਵਿਦੇਸ਼ ਮੰਤਰੀ ਨੇ ਬਰਤਾਨੀਆ ਤੇ ਹਮਲਾ ਕਰਦਿਆਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਸਾਨੂੰ ਬਲੈਕਮੇਲ ਨਹੀਂ ਕਰ ਸਕਦੇ, ਤੁਸੀਂ ਇਸ ਤਰ੍ਹਾਂ ਦੀ ਖੇਡ ਨਹੀਂ ਖੇਡ ਸਕਦੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਵੀ ਕਿਹਾ ਸੀ ਕਿ ਮੈਂ ਇਸ ਗੱਲ ਦਾ ਸਮਰਥਨ ਕਰਦਾ ਕਿ ਜਦੋਂ ਤੱਕ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਸਮਝੌਤੇ ਮੁਤਾਬਿਕ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ, ਸਾਨੂੰ ਟੀਕੇ ਦੇ ਨਿਰਯਾਤ ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਦਿੱਲੀ ਹਾਈ ਕੋਰਟ ਨੇ ਸਿਆਸੀ ਪਾਰਟੀਆਂ ਦੇ ਧਾਰਮਿਕ ਚੋਣਾਂ ਲੜਨ ਦੇ ਉੱਤੇ ਰੋਕ ਲਾ ਦਿੱਤੀ ਹੈ। ਯਾਨੀ ਕਿ ਹੁਣ ਦਿੱਲੀ ਦੇ ਵਿੱਚ ਜਿਹੜੇ ਵੀ ਧਰਮ ਦੀਆਂ ਕੋਈ ਚੋਣਾਂ ਹੁੰਦੀਆਂ ਨੇ ਉਹਨਾਂ ਵਿੱਚ ਸਿਆਸੀ ਪਾਰਟੀਆਂ ਹਿੱਸਾ ਨਹੀਂ ਲੈ ਸਕਦੀਆਂ। ਦਿੱਲੀ ਹਾਈ ਕੋਰਟ ਨੇ ਉਹਨਾਂ ਨਵੇਂ ਨਿਯਮਾਂ ਦੇ ਉੱਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਹਦੇ ਵਿੱਚ ਸਿਆਸੀ ਪਾਰਟੀਆਂ ਨੇ ਚੋਣਾਂ ਲੜਨ ਤੇ ਪਾਬੰਦੀ ਲਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸੋਧੇ ਨਵੇਂ ਨਿਯਮਾਂ ਤੇ ਰੋਕ ਲਾਉਣ ਦੀ ਅਪੀਲ ਦਾਇਰ ਕੀਤੀ ਸੀ, ਜਿਸ ਤੇ ਹਾਈ ਕੋਰਟ ਨੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਯਾਨੀ ਕਿ ਹੁਣੇ ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਚੱਲ ਰਹੀਆਂ ਨੇ ਜਿਹੜੀਆਂ ਦਿੱਲੀ ਦੇ ਵਿੱਚ, ਉਹਨਾਂ ਦੇ ਵਿੱਚ ਵੀ ਸਿਆਸੀ ਪਾਰਟੀਆਂ ਜਿਹੜਾ ਚੋਣਾਂ ਨਹੀਂ ਲੜ ਸਕਦੀਆਂ। ਤੇ ਸਭ ਤੋਂ ਵੱਡੀ ਗੱਲ ਹੈ ਤੇ ਸਭ ਤੋਂ ਵੱਡਾ ਝਟਕਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਪਾਰਟੀਆਂ ਦੇ ਲਈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੈ, ਪੰਜਾਬ ਦੇ ਵਿੱਚ ਸਰਕਾਰ ਬਣਾ ਚੁੱਕੀ ਪਾਰਟੀ ਹੈ ਤੇ ਵਜੂਦ ਹੀ ਸਿਆਸੀ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਇਸ ਮਸਲੇ ਦੇ ਨਾਲ ਕਿਵੇਂ ਨਜਿੱਠੇਗੀ, ਇਹ ਬੜੀ ਅਹਿਮ ਗੱਲ ਹੈ। 2010 ਦੇ ਵਿੱਚ ਅਸਲ ਵਿੱਚ ਗੁਰਦੁਆਰਾ ਚੋਣਾਂ ਦੇ ਨਿਯਮਾਂ ਵਿੱਚ ਸੋਧ ਕਰਕੇ ਸਿਆਸੀ ਪਾਰਟੀਆਂ ਨੂੰ ਚੋਣਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਮੁਤਾਬਿਕ ਸਿਰਫ ਧਾਰਮਿਕ ਪਾਰਟੀਆਂ ਹੀ ਗੁਰਦੁਆਰਾ ਚੋਣਾਂ ਲੜ ਸਕਦੀਆਂ ਸੀ। 2013 ਤੇ 17 ਵਿੱਚ ਗੁਰਦੁਆਰਾ ਚੋਣਾਂ ਹੋਈਆਂ ਤੇ ਹੁਣ ਗੁਰਦੁਆਰਾ ਚੋਣ ਵਿਭਾਗ ਦੇ ਮਾਮਲਿਆਂ ਦੇ ਮੰਤਰੀ ਰਜਿੰਦਰਪਾਲ ਗੌਤਮ ਨੇ ਚਿੱਠੀ ਜਾਰੀ ਕਰਕੇ ਕਿਹਾ ਕਿ ਪਿਛਲੀਆਂ ਚੋਣਾਂ ਨਵੇਂ ਨਿਯਮਾਂ ਦੇ ਮੁਤਾਬਿਕ ਨਹੀਂ ਹੋਈਆਂ, ਪਰ ਇਸ ਵਾਰ ਇਹ ਚੋਣਾਂ ਨਵੇਂ ਸੋਧੇ ਨਿਯਮਾਂ ਮੁਤਾਬਿਕ ਹੋਣੀਆਂ ਚਾਹੀਦੀਆਂ ਨੇ। ਇਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਹਾਈ ਕੋਰਟ ਵਿੱਚ ਇਤਰਾਜ਼ ਜਤਾਇਆ ਤੇ ਹਾਈ ਕੋਰਟ ਨੇ ਰਜਿੰਦਰਪਾਲ ਗੌਤਮ ਦੇ ਨਿਰਦੇਸ਼ਾਂ ਵਾਲੇ ਪੱਤਰ ਤੇ ਰੋਕ ਲਾ ਦਿੱਤੀ ਹੈ। ਪਰ ਇਸ ਦੇ ਨਾਲ ਹੀ ਦਿੱਲੀ ਹਾਈ ਕੋਰਟ ਨੇ ਨਵੇਂ ਨਿਯਮਾਂ ਨੂੰ ਬਦਲਣ ਜਾਂ ਫਿਰ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਆਖਰੀ ਫੈਸਲਾ ਡਾਇਰੈਕਟਰ ਆਫ ਕਮਿਸ਼ਨ ਗੁਰਦੁਆਰਾ ਚੋਣ ਹੀ ਲੈਣਗੇ। ਜਿਹੜੇ ਡਾਇਰੈਕਟਰ ਹੈਗੇ ਨੇ ਗੁਰਦੁਆਰਾ ਚੋਣ ਕਮਿਸ਼ਨ ਦੇ, ਉਹੀ ਲੈਣਗੇ ਕਿ ਨਵੇਂ ਸੋਧੇ ਨਿਯਮ ਲਾਗੂ ਕਦੋਂ ਹੋਣੇ ਨੇ। ਇਹ ਨਹੀਂ ਹੈਗਾ ਕਿ ਨਵੇਂ ਸੋਧੇ ਨਿਯਮ ਲਾਗੂ ਹੀ ਨਹੀਂ ਹੋਣਗੇ। ਹਾਈ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਇਹ ਲਾਗੂ ਹੋਣੇ ਜਾਂ ਨਹੀਂ ਹੋਣੇ, ਇਹ ਹੁਣ ਡਾਇਰੈਕਟਰ ਤੇ ਡਿਪੈਂਡ ਕਰਦਾ ਹੈ। ਭਾਰਤ ਬੰਦ ਦੀ ਸਫਲਤਾ ਤੋਂ ਬਾਅਦ ਹੁਣ ਕਿਸਾਨ ਹੋਲੀ ਦੇ ਤਿਉਹਾਰ ਦੇ ਮੌਕੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਕੁੰਡਲੀ ਸਰਹੱਦ ਜਾਂ ਫਿਰ ਹੋਰਾਂ ਥਾਵਾਂ ਤੇ ਜਿੱਥੇ ਵੀ ਧਰਨੇ ਤੇ ਬੈਠੇ ਕਿਸਾਨ ਨੇ, ਉਹਨਾਂ ਨੇ ਹੋਲੀ ਦਾ ਤਿਉਹਾਰ ਮਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਸਰਕਾਰ ਤੇ ਦਬਾਅ ਪਾ ਕੇ ਗੱਲਬਾਤ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਸਰਕਾਰ ਕੰਨ ਲਪੇਟ ਕੇ ਬੈਠੀ ਹੈ। ਇਸ ਦੌਰਾਨ ਸੋਨੀਪਤ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤਾ ਹੈ ਕਿ ਜੇ ਕਿਸੇ ਨੇ ਜਨਤਕ ਥਾਵਾਂ ਤੇ ਹੋਲੀ ਮਨਾਈ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਨੇ ਕਿਹਾ ਕਿ ਸਰਕਾਰ ਕਰੋਨਾ ਦੇ ਓਲੇ ਵਿੱਚ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਇਸੇ ਦਰਮਿਆਨ ਜਿਹੜਾ 26 ਮਾਰਚ ਨੂੰ ਭਾਰਤ ਬੰਦ ਹੋਇਆ ਸੀ ਤਾਂ ਗੁਜਰਾਤ ਦੇ ਵਿੱਚ ਚਲਦੀ ਕਾਨਫਰੰਸ ਦੌਰਾਨ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਤੇ ਬਲਦੇਵ ਸਿੰਘ ਸਿਰਸਾ ਨੇ ਕੇਂਦਰ ਸਰਕਾਰ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ 4 ਤੇ 5 ਅਪ੍ਰੈਲ ਨੂੰ ਗੁਜਰਾਤ ਵਿੱਚ ਕਿਸਾਨਾਂ ਨੇ ਜੋ ਪ੍ਰੋਗਰਾਮ ਰੱਖਿਆ ਉਹ ਹਰ ਹਾਲ ਵਿੱਚ ਹੋਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਮੋਦੀ ਸਰਕਾਰ ਜੇ ਰੋਕਣਾ ਚਾਹੁੰਦੀ ਹੈ ਤਾਂ ਰੋਕ ਕੇ ਦਿਖਾ ਦੇਵੇ, ਕਿਉਂਕਿ ਮੋਦੀ ਸਰਕਾਰ ਨੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਚੱਲ ਰਿਹਾ ਹੈ ਤੇ 28 ਮਾਰਚ ਨੂੰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਨੰਦਪੁਰ ਸਾਹਿਬ ਦੇ ਵੱਲੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਾਤਾ ਨਾਨਕੀ ਚੈਰੀਟੇਬਲ ਹਸਪਤਾਲ ਦੇ ਨੇੜੇ ਕਿਸਾਨ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਵੱਡੇ ਲੀਡਰ ਸ਼ਾਮਿਲ ਹੋਣਗੇ। ਕੰਵਰ ਗਰੇਵਾਲ ਸਮੇਤ ਹੋਰ ਗਾਇਕ ਵੀ ਪਹੁੰਚਣਗੇ ਅਤੇ ਹੋਲੇ ਮਹੱਲੇ ਮੌਕੇ ਪਹਿਲੀ ਵਾਰੀ ਸ਼ਾਇਦ ਇੱਕ ਕਿਸਾਨ ਕਾਨਫਰੰਸ ਹੋਵੇਗੀ, ਪਰ ਅਕਾਲੀ ਦਲ ਨੇ ਇਸ ਵਾਰੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ। ਭਾਰਤ ਬੰਦ ਤੋਂ ਬਾਅਦ ਰੇਲਵੇ ਨੇ ਬਿਆਨ ਜਾਰੀ ਕੀਤਾ ਹੈ। ਰੇਲਵੇ ਨੇ ਕਿਹਾ ਕਿ ਸ਼ੁੱਕਰਵਾਰ ਦੇ ਬੰਦ ਨਾਲ ਮਸਾਂ ਹੀ ਕੁਝ ਰੇਲਾਂ ਪ੍ਰਭਾਵਿਤ ਹੋਈਆਂ ਨੇ। ਅੰਕੜਾ 0.5% ਹੈ। ਕਹਿੰਦੇ ਪੰਜਾਬ ਤੇ ਹਰਿਆਣਾ ਵਿੱਚ ਸੀਮਿਤ ਗਿਣਤੀ ਦੀਆਂ ਰੇਲਾਂ ਰੋਕੀਆਂ ਗਈਆਂ। ਬੰਦ ਦਾ ਪੂਰੇ ਭਾਰਤ ਵਿੱਚ ਅਸਲ 0 ਦੇ ਬਰਾਬਰ ਰਿਹਾ। ਤੇ ਜੇ ਪੀਆਰਟੀਸੀ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਪੀਆਰਟੀਸੀ ਹੈ ਜਿਹੜੀ ਉਸ ਨੂੰ 85 ਲੱਖ ਦਾ ਘਾਟਾ ਹੋਇਆ ਇਸ ਬੰਦ ਦੇ ਦੌਰਾਨ। ਇੱਕ ਦਿਨ ਪੂਰਾ ਬੰਦ ਰਿਹਾ, 12 ਘੰਟੇ ਬੱਸਾਂ ਨਹੀਂ ਚੱਲ ਸਕੀਆਂ ਤੇ ਸਾਰੀਆਂ ਜਿਹੜੀਆਂ ਬੱਸਾਂ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਬੱਸ ਅੱਡਿਆਂ ਤੇ ਹੀ ਖੜੀਆਂ ਰਹੀਆਂ। ਤੇ ਪੀਆਰਟੀਸੀ ਦਾ ਜਿਹੜਾ ਹੈੱਡਕੁਆਟਰ ਹੈ ਪਟਿਆਲਾ ਵਿਚਲੇ ਮੁੱਖ ਬੱਸ ਅੱਡੇ ਦੇ ਮੁੱਖ ਗੇਟ ਨੂੰ ਵੀ ਤਾਲਾ ਜੜਿਆ ਰਿਹਾ ਤੇ 85 ਲੱਖ ਰੁਪਏ ਦਾ ਘਾਟਾ ਜਿਹੜਾ ਇੱਕ ਦਿਨ ਦੇ ਵਿੱਚ ਪੀਆਰਟੀਸੀ ਨੂੰ ਹੋਇਆ ਹੈ। ਉਧਰ ਪਟਿਆਲਾ ਦੇ ਵਿੱਚ ਦਿੱਲੀ ਕਟੜਾ ਐਕਸਪ੍ਰੈਸਵੇ ਲਈ ਜ਼ਮੀਨਾਂ ਐਕਵਾਇਰ ਕਰਨ ਦੇ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਮੋਤੀ ਮਹਿਲ ਦੇ ਨੇੜੇ 3 ਦਿਨਾਂ ਤੋਂ ਕਿਸਾਨਾਂ ਨੇ ਪੱਕਾ ਧਰਨਾ ਲਾਇਆ ਹੋਇਆ ਹੈ ਅਤੇ 27 ਮਾਰਚ ਨੂੰ ਕਿਸਾਨਾਂ ਨੇ ਇੱਥੇ ਵੱਡੀ ਰੈਲੀ ਦਾ ਪ੍ਰਬੰਧ ਕੀਤਾ, ਜਿਸ ਵਿੱਚ 5 ਹੋਰ ਸੂਬਿਆਂ ਤੋਂ ਵੀ ਕਿਸਾਨਾਂ ਦੇ ਨੁਮਾਇੰਦੇ ਪਹੁੰਚੇ ਹੋਏ ਸੀ। ਯਾਨੀ ਕਿ 6 ਸੂਬਿਆਂ ਦੇ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ ਨੇੜੇ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਮੁੱਦੇ ਨੂੰ ਲੈ ਕੇ ਜਿਹੜਾ ਹੈ ਕੈਪਟਨ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਦਿੱਲੀ ਮੋਰਚੇ ਵਿੱਚ ਰੁੱਝੇ ਹੋਣ ਦਾ ਨਾਜਾਇਜ਼ ਫਾਇਦਾ ਚੁੱਕ ਰਹੀ ਹੈ ਤੇ ਐਕਸਪ੍ਰੈਸ ਵੇ ਹੈ ਜਿਹੜਾ ਉਹਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਦੋਸ਼ ਲਾ ਰਹੇ ਨੇ ਕਿ ਸਰਕਾਰ ਨਿਗੂਣੇ ਰੇਟਾਂ ਤੇ ਜ਼ਮੀਨਾਂ ਐਕਵਾਇਰ ਕਰ ਰਹੀ ਹੈ। ਕਿਸਾਨ ਆਗੂ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਜੇ ਜ਼ਮੀਨਾਂ ਐਕਵਾਇਰ ਕਰਨ ਲਈ ਸਰਕਾਰੀ ਪੱਧਰ ਤੇ ਅਵਾਰਡ ਪਾਸ ਕੀਤਾ ਜਾਂਦਾ ਹੈ ਤਾਂ ਉਹ ਮੁੱਖ ਮੰਤਰੀ ਨਿਵਾਸ ਤੇ ਕਬਜ਼ਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਹਨਾਂ ਸਾਰੇ ਕਿਸਾਨਾਂ ਦੀ ਮੰਗ ਇਹੀ ਹੈ ਕਿ ਦਿੱਲੀ ਕਟੜਾ ਐਕਸਪ੍ਰੈਸ ਵੇ ਦਾ ਕੰਮ ਹੈ ਜਿਹੜਾ ਉਹ ਰੁਕਣਾ ਚਾਹੀਦਾ ਹੈ, ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਧੱਕੇ ਦੇ ਨਾਲ ਤੇ ਉਹਨਾਂ ਦਾ ਮੁੱਲ ਵੀ ਬਹੁਤ ਹੀ ਨਿਗੁਣਾ ਦਿੱਤਾ ਜਾ ਰਿਹਾ ਹੈ। ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਬੀਜੇਪੀ ਲੀਡਰਾਂ ਦਾ ਤਿੱਖਾ ਵਿਰੋਧ ਕੀਤਾ ਗਿਆ। ਫਿਰੋਜ਼ਪੁਰ ਦੀ ਪਹਿਲੀ ਖਬਰ ਤੁਹਾਨੂੰ ਦੱਸਾਂਗੇ, ਜਿੱਥੇ ਬੀਜੇਪੀ ਦੀ ਮੈਂਬਰ ਸੁਨੀਤਾ ਗਰਗ ਨੇ ਪ੍ਰੈਸ ਕਾਨਫਰੰਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਜਥੇਬੰਦੀਆਂ ਨੂੰ ਭਿਣਕ ਲੱਗ ਗਈ। ਜਿਵੇਂ ਹੀ ਕਿਸਾਨਾਂ ਨੂੰ ਖਬਰ ਮਿਲੀ ਤਾਂ ਕਿਸਾਨਾਂ ਨੇ ਫਿਰੋਜ਼ਪੁਰ ਵੱਲ ਵਹੀਰਾਂ ਕੱਤ ਦਿੱਤੀਆਂ ਤੇ ਫਿਰੋਜ਼ਪੁਰ ਜਿੱਥੇ ਪ੍ਰੈਸ ਕਾਨਫਰੰਸ ਹੋਣੀ ਸੀ ਉੱਥੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਲੇ ਰੰਗ ਦੇ ਝੰਡੇ ਲੈ ਕੇ ਜਿਹੜਾ ਸੁਨੀਤਾ ਗਰਗ ਦਾ ਇਹਨਾਂ ਨੇ ਵਿਰੋਧ ਕੀਤਾ। ਉਸ ਤੋਂ ਬਾਅਦ ਬਰਨਾਲਾ ਦੀ ਵੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਬਰਨਾਲਾ ਦੇ ਰੈਸਟ ਹਾਊਸ ਦੇ ਵਿੱਚ ਬੀਜੇਪੀ ਦੇ ਸੂਬਾਈ ਲੀਡਰ ਪ੍ਰਵੀਨ ਬਾਂਸਲ ਜਦੋਂ ਪੰਜਾਬ ਸਰਕਾਰ ਦੀ 4 ਸਾਲ ਦੀ ਕਾਰਗੁਜ਼ਾਰੀ ਤੇ ਪ੍ਰੈਸ ਕਾਨਫਰੰਸ ਕਰਨ ਪਹੁੰਚੇ ਤਾਂ ਇਸ ਦਾ ਪਤਾ ਲੱਗਦੇ ਸਾਰ ਹੀ ਕਿਸਾਨ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਦੇ ਵਿੱਚ ਉੱਥੇ ਪਹੁੰਚ ਗਏ ਤੇ ਘਿਰਾਓ ਕਰ ਲਿਆ। ਵੱਡੀ ਗਿਣਤੀ ਵਿੱਚ ਕਿਸਾਨ, ਨੌਜਵਾਨ ਤੇ ਔਰਤਾਂ ਨੇ ਰੈਸਟ ਹਾਊਸ ਨੂੰ ਘੇਰਾ ਪਾ ਲਿਆ। ਕਿਸਾਨਾਂ ਨੇ ਡੀਸੀ ਕੰਪਲੈਕਸ ਬਾਹਰ ਰੈਸਟ ਹਾਊਸ ਸਾਹਮਣੇ ਬਠਿੰਡੇ ਨੂੰ ਜਾਣ ਵਾਲੀ ਸੜਕ ਜਾਮ ਕਰਕੇ ਟੈਂਟ ਵੀ ਲਾ ਦਿੱਤੇ। ਕਿਸਾਨਾਂ ਨੇ ਕਿਹਾ ਕਿ ਅਸੀਂ ਬੀਜੇਪੀ ਲੀਡਰਾਂ ਦਾ ਜਿਹੜਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ, ਫਿਰ ਵੀ ਇਹ ਬੀਜੇਪੀ ਲੀਡਰ ਕਿਉਂ ਜਨਤਕ ਥਾਵਾਂ ਤੇ ਇਕੱਠੇ ਹੋ ਰਹੇ ਨੇ, ਕਿਉਂ ਆਪਣੇ ਘਰਾਂ ਦੇ ਵਿੱਚ ਨਹੀਂ ਬਹਿੰਦੇ, ਕਿਉਂਕਿ ਇਹ ਸਾਡੀ ਗੱਲ ਮੋਦੀ ਸਰਕਾਰ ਤੋਂ ਮਨਵਾ ਨਹੀਂ ਰਹੇ। ਮਲੋਟ ਦੇ ਵਿੱਚ ਤਾਂ ਅਬੋਹਰ ਦੇ ਬੀਜੇਪੀ ਵਿਧਾਇਕ ਦਾ ਤਿੱਖਾ ਵਿਰੋਧ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਮਲੋਟ ਵਿੱਚ ਬੀਜੇਪੀ ਦਫ਼ਤਰ 'ਚ ਮੀਟਿੰਗ ਕਰਨ ਪਹੁੰਚੇ ਅਬੋਹਰ ਦੇ ਭਾਜਪਾ ਵਿਧਾਇਕ ਅਰੁਣ ਨਾਰੰਗ ਦਾ ਸਖਤ ਵਿਰੋਧ ਕੀਤਾ ਤੇ ਉਹਨਾਂ ਦੇ ਚਿਹਰੇ ਤੇ ਕਾਰ ਦੇ ਉੱਤੇ ਕਾਲ ਸਮਲਣ ਤੋਂ ਬਾਅਦ ਕੱਪੜੇ ਫਾੜ ਕੇ ਨਿਰਵਸਤਰ ਵੀ ਕਰ ਦਿੱਤਾ। ਇਹ ਵੱਡੀ ਖਬਰ ਹੈ। ਕਿਸਾਨਾਂ ਤੋਂ ਬਚਾਉਂਦੇ ਹੋਏ ਪੁਲਿਸ ਜਦੋਂ ਉਹਨਾਂ ਨੂੰ ਭੀੜ ਵਿੱਚੋਂ ਕੱਢ ਕੇ ਸੁਰੱਖਿਅਤ ਥਾਂ ਤੇ ਲਿਜਾ ਰਹੀ ਸੀ ਤਾਂ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੇ ਉਹਨਾਂ ਦੇ ਪਿੱਛੇ ਪੈ ਗਏ ਤੇ ਖਿੱਚਾ ਤੁਹੀ ਦੇ ਵਿੱਚ ਉਹਨਾਂ ਦੇ ਕੱਪੜੇ ਫਾੜ ਦਿੱਤੇ ਗਏ। ਇਸ ਦੌਰਾਨ ਪ੍ਰਸ਼ਾਸਨ ਨੇ ਭਾਰੀ ਮੁਸ਼ੱਕਤ ਦੇ ਨਾਲ ਵਿਧਾਇਕ ਨੂੰ ਉੱਥੋਂ ਕੱਢ ਕੇ
ਕਿਸੇ ਦੁਕਾਨ ਦੇ ਵਿੱਚ ਸੁਰੱਖਿਅਤ ਕੀਤਾ ਗਿਆ। ਇਸ ਘਟਨਾ ਦੇ ਉੱਤੇ ਕਿਸਾਨ ਲੀਡਰ ਲਖਨਪਾਲ ਸ਼ਰਮਾ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਅਲਟੀਮੇਟਮ ਦਿੱਤਾ ਹੋਇਆ, ਇਸ ਦੇ ਬਾਵਜੂਦ ਵੀ ਵਿਧਾਇਕ ਮਲੋਟ ਦੇ ਵਿੱਚ ਪਹੁੰਚਿਆ ਹੈ ਜਾਣਬੁੱਝ ਕੇ ਸਾਨੂੰ ਭੜਕਾਉਣ ਦੇ ਲਈ, ਸਾਨੂੰ ਚੈਲੰਜ ਕਰਨ ਦੇ ਲਈ। ਕਿਸਾਨ ਨੇ ਜਿਹੜੇ ਉਹ ਸੰਘਰਸ਼ ਦੇ ਵਿੱਚ ਰੋਜ਼ਾਨਾ ਫੌਤ ਹੋ ਰਹੇ ਨੇ ਤੇ ਬੀਜੇਪੀ ਸਰਕਾਰ ਮੌਨ ਧਾਰ ਕੇ ਬੈਠੀ ਹੋਈ ਹੈ ਤੇ ਬੀਜੇਪੀ ਨੂੰ ਵੋਟਾਂ ਦੀ ਪਈ ਹੋਈ ਹੈ। ਮਾਨਸਾ ਤੋਂ ਖਬਰ ਹੈ ਜਿੱਥੇ ਪਿੰਡ ਖਿਆਲਾ ਕਲਾਂ ਦੇ ਕਿਸਾਨ ਜਰਨੈਲ ਸਿੰਘ ਦਾ ਲੰਘੇ ਦਿਨੀ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਖਿਆਲਾ ਕਲਾਂ ਦੇ ਡਾਕਟਰ ਬਿੱਕਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਕਿਸਾਨ ਯੂਨੀਅਨ ਦਾ ਸਰਗਰਮ ਮੈਂਬਰ ਸੀ। ਦਿੱਲੀ ਵਿੱਚ ਚੱਲ ਰਹੀ ਕਿਸਾਨੀ ਸੰਘਰਸ਼ ਵਿੱਚ ਲਗਭਗ 58 ਦਿਨਾਂ ਤੋਂ ਡਟਿਆ ਹੋਇਆ ਸੀ। ਪਿਛਲੇ ਦਿਨੀ ਸਿਹਤ ਖਰਾਬ ਹੋਣ ਕਰਕੇ ਵਾਪਸ ਪਿੰਡ ਪਰਤਿਆ ਸੀ, ਪਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇੱਕ ਹੋਰ ਖਬਰ ਜਲੰਧਰ ਜ਼ਿਲ੍ਹੇ ਤੋਂ ਵੀ ਆ ਰਹੀ ਹੈ ਜਿੱਥੇ ਪਿੰਡ ਉੱਗੀ ਦੇ ਵਿੱਚ ਜਿੱਥੇ ਧਰਨਾ ਲੱਗਿਆ ਹੋਇਆ ਹੈ, ਉਸ ਧਰਨੇ ਦੇ ਵਿੱਚ ਬਾਬਾ ਸਰਦਾਰਾਂ ਰਸੂਲਪੁਰੀ ਸ਼ਾਮਲ ਹੋਇਆ ਸੀ। ਧਰਨੇ ਤੋਂ ਵਾਪਸ ਘਰ ਪਹੁੰਚਦਿਆਂ ਹੀ ਹਾਰਟ ਅਟੈਕ ਹੋ ਜਾਣ ਕਾਰਨ ਉਹਨਾਂ ਦੀ ਵੀ ਮੌਤ ਹੋ ਗਈ। ਮਾਨਸਾ ਤੋਂ ਅਗਲੀ ਖਬਰ ਹੈ ਜਿੱਥੇ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਆਲੂਪੁਰ ਤੋਂ ਲੰਘਦੀਆਂ 2 ਜੋੜੀਆਂ ਨਹਿਰਾਂ ਦੇ ਵਿੱਚ ਪਾੜ ਪੈ ਗਿਆ ਤੇ ਪਾੜ ਪੈਣ ਕਾਰਨ ਆਲੇ ਦੁਆਲੇ ਦੇ ਇਲਾਕੇ ਦੇ ਪਿੰਡਾਂ ਦੀ 250 ਏਕੜ ਦੇ ਕਰੀਬ ਫਸਲ ਤਬਾਹ ਹੋ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਕਿਸਾਨ ਦੱਸਦੇ ਨੇ ਕਿ ਇਹ ਨਹਿਰਾਂ ਦੇ ਵਿੱਚ ਸਾਲ 'ਚ 5 ਤੋਂ 6 ਵਾਰ ਇਸੇ ਤਰ੍ਹਾਂ ਪਾੜ ਪੈ ਜਾਂਦਾ ਤੇ ਹਰ ਵਾਰੀ ਇਹ ਸਾਡਾ ਨੁਕਸਾਨ ਕਰ ਜਾਂਦੀਆਂ ਨੇ। ਦੋਵਾਂ ਨਹਿਰਾਂ ਵਿੱਚੋਂ ਇੱਕ ਨਹਿਰ ਹਰਿਆਣੇ ਨੂੰ ਜਾਂਦੀ ਹੈ, ਦੂਜੀ ਨਹਿਰ ਪੰਜਾਬ 'ਚ ਹੀ ਰੁਕ ਜਾਂਦੀ ਹੈ। ਹਰਿਆਣੇ ਵਾਲੀ ਨਹਿਰ ਓਵਰਫਲੋ ਹੋਣ ਕਾਰਨ ਪੰਜਾਬ ਵਾਲੀ ਤੇ ਹਰਿਆਣੇ ਵਾਲੀ ਦੋਵੇਂ ਹੀ ਨਹਿਰਾਂ ਟੁੱਟ ਜਾਂਦੀਆਂ ਨੇ ਤੇ ਤਕਰੀਬਨ ਹੁਣ ਜਿਹੜਾ ਪਾੜ ਪਿਆ ਉਹਦੇ ਨਾਲ 50 ਏਕੜ ਪੱਕੀ ਕਣਕ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤੇ 250 ਏਕੜ ਦੇ ਕਰੀਬ ਫਸਲ ਹੈ ਜਿਹੜੀ ਉਹ ਬਰਬਾਦ ਕਰ ਦਿੱਤੀ ਹੈ ਇਸ ਅਚਾਨਕ ਤੇਜ਼ੀ ਦੇ ਨਾਲ ਨਿਕਲੇ ਪਾਣੀ ਨੇ। ਫੌਜ ਦੇ ਵਾਂਗੂ ਹੁਣ ਕਿਸਾਨਾਂ ਦੀ ਵੀ ਆਪਣੀ ਕੰਟੀਨ ਹੋਏਗੀ ਜਿੱਥੇ ਸਸਤਾ ਸਮਾਨ ਮਿਲੇਗਾ। ਮੱਧ ਪ੍ਰਦੇਸ਼ ਤੋਂ ਇਹ ਖਬਰ ਹੈ ਜਿੱਥੇ ਆਰਮੀ ਕੰਟੀਨ ਦੀ ਤਰਜ਼ ਦੇ ਉੱਤੇ ਕਿਸਾਨਾਂ ਦੀਆਂ ਕੰਟੀਨਾਂ ਖੋਲੀਆਂ ਜਾਣਗੀਆਂ। ਖੇਤੀਬਾੜੀ ਵਿਭਾਗ ਨੇ ਇਹਨਾਂ ਕੰਟੀਨਾਂ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਆਰਮੀ ਕੰਟੀਨ ਦੀ ਤਰਜ਼ ਤੇ ਕਿਸਾਨਾਂ ਨੂੰ ਇਹਨਾਂ ਕੰਟੀਨਾਂ ਦੇ ਵਿੱਚੋਂ ਸਸਤੇ ਭਾਅ ਤੇ ਐਕਸਪੋਰਟ ਗੁਣਵੱਤਾ ਦਾ ਸਮਾਨ ਮਿਲੇਗਾ। ਇਹਨਾਂ ਚੀਜ਼ਾਂ ਤੇ ਕੋਈ ਵੀ ਟੈਕਸ ਨਹੀਂ ਲਾਇਆ ਜਾਏਗਾ। ਸਾਰਾ ਸਮਾਨ ਕਿਸਾਨਾਂ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਟੈਕਸ ਮੁਕਤ ਹੋਵੇਗਾ। ਇਹ ਕੰਟੀਨ ਸੂਬੇ ਦੀਆਂ 259 ਮੰਡੀਆਂ ਦੇ ਵਿੱਚ ਖੋਲੇ ਜਾਣਗੇ। ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦਾ ਸਨਮਾਨ ਵਧੇਗਾ। ਕਹਿੰਦੇ ਨੇ ਕਿ ਸਾਡੇ ਕਿਸਾਨ ਫੌਜ ਦੇ ਜਵਾਨਾਂ ਵਾਂਗ ਹੀ ਨੇ। ਜਦੋਂ ਤਾਲਾਬੰਦੀ 'ਚ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ ਤਾਂ ਕਿਸਾਨਾਂ ਨੇ ਸਾਰੇ ਲੋਕਾਂ ਦੀ ਮਦਦ ਕੀਤੀ। ਉਹਨਾਂ ਕਿਹਾ ਕਿ ਅਸੀਂ ਹਰ ਮੰਡੀ ਦੇ ਵਿੱਚ ਕਿਸਾਨਾਂ ਨੂੰ ਫੌਜ ਵਰਗੀਆਂ ਕੰਟੀਨਾਂ ਉਪਲਬਧ ਕਰਵਾਵਾਂਗੇ। ਸੋ ਮੱਧ ਪ੍ਰਦੇਸ਼ ਸਰਕਾਰ ਦਾ ਇਹ ਬੜਾ ਚੰਗਾ ਫੈਸਲਾ ਹੈ ਕਿ ਜਿੰਨੀਆਂ ਵੀ ਸੂਬੇ ਦੀਆਂ 259 ਮੰਡੀਆਂ ਇਹਨਾਂ ਨੇ ਜਿਹੜੀਆਂ ਤਕਸੀਮ ਕੀਤੀਆਂ ਨੇ, ਇਹਨਾਂ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਲਈ ਕੰਟੀਨਾਂ ਖੁੱਲਣਗੀਆਂ ਤੇ ਟੈਕਸ ਮੁਕਤ ਸਮਾਨ ਮਿਲੇਗਾ। ਭਾਰਤ ਦੇ ਵਿੱਚ ਹੁਣ ਪਾਣੀ ਵੇਚਣ ਵਾਲੀਆਂ ਕੰਪਨੀਆਂ ਦੇ ਲਈ BIS ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ। ਭਾਰਤੀ ਖੁਰਾਕ ਸੁਰੱਖਿਆ ਤੇ ਗੁਣਵੱਤਾ ਅਥਾਰਟੀ ਦੇ ਵੱਲੋਂ ਇਸ ਅਥਾਰਟੀ ਨੇ ਬੋਤਲਬੰਦ ਪਾਣੀ ਅਤੇ ਮਿਨਰਲ ਵਾਟਰ ਵੇਚਣ ਵਾਲੀਆਂ ਕੰਪਨੀਆਂ ਦੇ ਲਈ ਲਾਇਸੈਂਸ ਹਾਸਲ ਕਰਨਾ ਜਾਂ ਫਿਰ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਭਾਰਤੀ ਗੁਣਵੱਤਾ ਬਿਊਰੋ ਯਾਨੀ ਕਿ BIS ਦਾ ਸਰਟੀਫਿਕੇਟ ਲੈਣਾ ਲਾਜ਼ਮੀ ਕਰ ਦਿੱਤਾ। ਸੋ ਜਿੱਥੇ ਵੀ ਤੁਸੀਂ ਭਾਰਤ ਦੇ ਜਿਹੜੇ ਵੀ ਕੋਨੇ 'ਚ ਰਹਿੰਦੇ ਹੋ, ਤੁਸੀਂ ਬੋਤਲਬੰਦ ਪਾਣੀ ਜੇ ਖਰੀਦਦੇ ਹੋ, ਜਿਹੜੀ ਕੰਪਨੀ ਦਾ ਖਰੀਦਦੇ ਹੋ, ਉਸ ਕੰਪਨੀ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਕੀ ਤੁਹਾਡੇ ਕੋਲ BIS ਸਰਟੀਫਿਕੇਟ ਹੈ ਜਿਹੜਾ ਕਿ ਪਾਣੀ ਦੀ ਗੁਣਵੱਤਾ ਨੂੰ ਮਾਪਦਾ ਹੈ। ਸਾਰੇ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਖੁਰਾਕ ਕਮਿਸ਼ਨਰਾਂ ਨੂੰ ਚਿੱਠੀ ਭੇਜ ਦਿੱਤੀ ਗਈ ਹੈ। ਇਸ ਚਿੱਠੀ ਦੇ ਵਿੱਚ FSSAI ਨੇ ਇਹ ਹੁਕਮ ਲਾਗੂ ਕਰ ਦਿੱਤੇ ਨੇ ਤੇ 1 ਅਪ੍ਰੈਲ ਤੋਂ ਇਹ ਹੁਕਮ ਲਾਗੂ ਹੋਣਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਵੀ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।